ਅੱਜ ਆਪਾਂ ਗੱਲ ਕਰਾਂਗੇ ਸ਼ੂਗਰ, ਡਾਇਬਟੀਜ਼, ਮਧੂਮੇਹ। ਸ਼ੂਗਰ ਦੀ ਬਹੁਤ ਕਾਮਨ ਬਿਮਾਰੀ ਹੈ। ਮੈਂ ਥੋੜ੍ਹਾ ਜਿਹਾ ਚਾਨਣ ਪਾਦਾ ਵੀ ਸ਼ੂਗਰ ਹੈ ਕੀ ਹੈ, ਕਿੰਨੀ ਤਰ੍ਹਾਂ ਦੀ ਹੈ। ਔਰ ਸਭ ਤੋਂ ਵੱਡਾ ਕਾਰਨ ਹੁੰਦਾ ਇਨਹੈਰੀਟੈਂਸ, ਫੈਮਿਲੀ 'ਚ ਹੋਵੇ। ਦੂਜਾ ਕਾਰਨ ਇਹਦਾ ਮੋਟਾਪਾ। ਤੀਜਾ ਕਾਰਨ ਓਵਰ ਈਟਿੰਗ। ਤੁਹਾਨੂੰ ਇੰਨੇ 'ਚ ਹੀ ਦੱਸਾਂਗੇ ਵੀ ਪਰਹੇਜ਼ ਕੀ ਕਰਨੇ ਚਾਹੀਦੇ ਆ, ਖਾਣਾ ਕੀ ਚਾਹੀਦਾ ਹੈ, ਦੇਸੀ ਦਵਾਈ ਖਾਣੀ ਚਾਹੀਦੀ। ਦੁਨੀਆ 'ਚ ਜਿੱਥੇ ਵੀ ਤੁਸੀਂ ਬੈਠੇ ਹੋ, ਕੋਸ਼ਿਸ਼ ਕਰੋ ਕਿ ਆਯੁਰਵੈਦਿਕ ਦਵਾਈ ਖਾਓ ਜੇ ਬਿਮਾਰੀ ਨੂੰ ਜੜੋਂ ਠੀਕ ਕਰਨਾ। ਸ਼ੂਗਰ ਦੀ ਗੱਲ ਮੈਂ ਉਹ ਕੇਸ ਕੀਤੇ ਜਿਨ੍ਹਾਂ ਦੇ 4-4, 5-500 ਸ਼ੂਗਰ ਹੈ ਅਤੇ 20-20 ਸਾਲ ਹੋ ਗਏ ਦਵਾਈਆਂ ਖਾਂ। ਕਿ ਜੇ ਤੁਸੀਂ ਚਾਹੋ ਤਾਂ ਯਾਦ ਰੱਖਣਾ ਕਿ ਸ਼ੂਗਰ ਤੁਸੀਂ ਆਪਣੇ ਆਪ ਠੀਕ ਕਰ ਸਕਦੇ ਹੋ। ਆਲ ਯੂ ਹੈਵ ਟੂ ਚੇਂਜ ਯੂਰ ਡਾਈਟ ਰੈਜੀਮੈਂਟ। ਦਵਾਈ ਸਾਡੀ ਸ਼ੂਗਰ ਨੂੰ ਕੰਟਰੋਲ ਤੁਹਾਨੂੰ ਕਰਕੇ ਦਿਖਾਈਏ। ਇਨਸੂਲਿਨ ਤੋਂ ਕਿੱਦਾਂ ਛੁਟਕਾਰਾ ਪਾਉਣਾ, ਸ਼ਰਤੀਆ ਇਨਸੂਲਿਨ ਬਚਣਾ ਹੈ, ਸਦਾ ਵਾਸਤੇ ਸ਼ੂਗਰ ਤੋਂ ਬਚਣਾ ਹੈ, ਤੇ ਫਿਰ ਡਾਕਟਰ ਕੁਮਾਰ ਇਸ ਵਨ ਫੋਨ ਕਰ ਲਵੇ। नमस्कार, सत श्री अकाल, आदाब। मैं हूं डॉक्टर कुमार। कुदरती जड़ी बूटियां दे आयुर्वेदिक हैल्थ सेंटर च सारे प्यारे दर्शकों का बहुत बहुत स्वागत है। वेलकम इन आर के होलिस्टिक हर्बल हेल्थ सेंटर। दिस इज डॉक्टर कुमार। For the last so many years you guys are watching me on the each and a Punjabi channels, doing programs on different topics, discussing about hypertension, high cholesterol, diabetes, sexual problems, skin problem, allergic, eczema, rash। So प्यारे दर्शकों, कोई ना कोई टॉपिक इस करके फड़ीदा कि कई दर्शक पहली बार देख रहे होंगे। So just to let them know that we treat each and every aspect of remedy and every disease by Ayurvedic way without any side effect। और ज़्यादा तुसी नोट करो, मैं पंजाबी च बोल रहा हूँ कि अपनी सारी पंजाबी कम्यूनिटी हर दुनिया 'ਚ ਕਿਸੇ ਮੁਲਕ 'ਚ ਵੀ ਬੈਠੇ ਤੁਸੀਂ ਨੋਟ ਕਰ ਦੇਖਦੇ ਹੋ। ਔਰ ਫਿਰ ਗੱਲ ਤੁਹਾਡੀ ਸਿੱਧੀ ਮੇਰੇ ਨਾਲ ਹੁੰਦੀ, ਘਰ ਬੈਠੇ ਤੁਹਾਨੂੰ ਦਵਾਈ ਮਿਲਦੀ। ਸਰਵਿਸ ਸਾਡੀ ਬੜੀ ਫਾਸਟ ਹੈ। ਅਮਰੀਕਾ ਦੀ ਕਿਸੇ ਸਟੇਟ 'ਚ ਵੀ ਜੀ ਤੇ ਹਮੇਸ਼ਾ ਮੈਂ ਕਹਿੰਦਾ ਵੀ 3 to 5 ਡੇਜ਼। ਕੈਨੇਡਾ 'ਚ ਕਈ ਵਾਰ 7 to 10 ਡੇਜ਼, ਹਫਤੇ 2 ਹਫਤੇ 'ਚ ਮਿਲ ਜਾਂਦੀ ਹੈ। ਹਾਲਾਂਕਿ ਪਿਛਲੇ ਮਹੀਨਿਆਂ 'ਚ ਤਾਂ ਹਫਤੇ 'ਚ ਵੀ ਮਿਲ ਜਾਂਦੀ ਰਹੀ। ਡਿਪੈਂਡ ਕਰਦਾ ਜੇ ਮੰਡੇ ਨੂੰ ਕੱਢ ਰਹੇ ਹਾਂ ਕਿ ਸੈਚਰਡੇ ਨੂੰ ਕੱਢ ਰਹੇ ਹਾਂ, ਕਿਉਂਕਿ ਕਈ ਵਾਰੀ ਵੀਕਐਂਡ ਆ ਜਾਂਦਾ। ਔਰ ਜਰਮਨ ਤੱਕ ਵੀ, ਬੈਲਜੀਅਮ ਤੱਕ ਵੀ, ਇਟਲੀ ਤੱਕ ਵੀ ਦਵਾਈ ਜਾਂਦੀ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਤਾਂ ਚਲੋ ਨੇੜੇ ਨੇੜੇ ਰੋਜ਼ ਦਵਾਈ ਨਿਕਲਦੀ ਹੈ। ਜ਼ਿਆਦਾ ਦਵਾਈ ਸਾਡੀ ਸ਼ੂਗਰ ਦੀ, ਬਲੱਡ ਪ੍ਰੈਸ਼ਰ ਦੀ, ਕੋਲੈਸਟਰੋਲ ਦੀ 90% ਜ਼ਿਆਦਾ ਸਾਡੀ ਜਾਂਦੀ ਹੈ ਮਰਦਾਨਾ ਤੱਕ ਦੀ ਦਵਾਈ। ਔਰ ਗਰੰਟੀ ਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਕਿ ਇੱਕ ਰਿਜ਼ਲਟ ਜਿਹੜਾ ਇੰਨੇ ਸਾਲਾਂ ਤੋਂ ਨਹੀਂ ਕਿਸੇ ਨੂੰ ਮਿਲਦਾ ਹੁੰਦਾ, ਇੱਕ ਵਾਰੀ ਜਦੋਂ ਦਵਾਈ ਦੇ ਉਸੇ ਵੇਲੇ ਰਿਜ਼ਲਟ ਮਿਲਦਾ। ਭਾਵੇਂ ਤੁਸੀਂ ਸ਼ੂਗਰ ਦੀ ਗੱਲ ਕਰ ਲਓ। ਸ਼ੂਗਰ ਦੀ ਆਪਾਂ ਕਿਉਂ ਨਾ ਅੱਜ ਦਾ ਟੌਪਿਕ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਫੜ ਲਈਏ। ਚਲੋ ਸ਼ੂਗਰ ਦੇ ਬਾਰੇ ਗੱਲ ਕਰਦੇ ਹਾਂ। ਕਾਫੀ ਦੁਨੀਆ ਨੂੰ ਅੱਜ ਕੱਲ੍ਹ ਸ਼ੂਗਰ ਦੀ ਦਵਾਈ ਜਾ ਹੀ ਰਹੀ ਹੈ। ਔਰ ਇੰਨੇ ਸਾਲਾਂ ਤੋਂ ਜੇ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਇਹ ਗੱਲ ਤੁਸੀਂ ਹਰ ਵਾਰੀ ਸੁਣੀ ਹੈ ਕਿ ਭਾਵੇਂ ਐਲੋਪੈਥੀ ਦੇ ਵਿੱਚ ਮੋਸਟਲੀ ਜਿੰਨੇ ਸ਼ੂਗਰ ਦੀ ਦਵਾਈ ਦੁਨੀਆ ਖਾ ਰਹੀ ਹੈ, ਅਖੀਰ ਇਨਸੂਲਿਨ 'ਤੇ ਆਉਣਾ ਪੈਂਦਾ। ਸਟਾਰਟ ਦੇ ਵਿੱਚ ਠੀਕ ਹੈ, ਤੁਸੀਂ 500 ਮਿਲੀਗ੍ਰਾਮ ਦੀ ਖਾਂਦੇ ਹੋ ਮੈਟਫੋਰਮਿਨ, ਫਿਰ 500 ਤੋਂ 1000 'ਤੇ ਆ ਜਾਂਦੇ ਹੋ, ਭਾਵੇਂ 800, 850 ਤੋਂ, ਭਾਵੇਂ ਇੱਕ ਵਾਰੀ, ਫਿਰ 2 ਵਾਰੀ। ਅਲਟੀਮੇਟਲੀ ਦਵਾਈ ਵੱਧਦੀ ਗਈ, ਸਾਈਡ ਇਫੈਕਟ ਵੱਧਦੇ ਗਏ, ਕਮਜ਼ੋਰੀ ਹੁੰਦੀ ਰਹੀ, ਇਨਸੂਲਿਨ 'ਤੇ ਆਉਣਾ ਪੈ ਗਿਆ। ਇਨਸੂਲਿਨ ਲਵਾਉਂਦੇ ਵੀ ਉਮਰ ਲੰਘ ਜਾਂਦੀ ਹੈ। ਬਿਕੋਜ਼ ਦੇ ਸੇ ਦੈਟ ਦੇਰ ਇਜ਼ ਨੋ ਪਰਮਾਨੈਂਟ ਟਰੀਟਮੈਂਟ। ਐਲੋਪੈਥੀ 'ਚ ਇਹ ਭਾਵੇਂ ਤੁਸੀਂ ਦਰਦਾਂ ਦੀ ਦਵਾਈ ਲੈ ਲਓ, ਜੇ ਆਰਥਰਾਈਟਸ ਹੈ ਤੁਹਾਨੂੰ ਸਾਰਿਆਂ ਨੂੰ ਭਾਵੇਂ ਗਾਬਾਪੈਂਟਿਨ ਦੇ ਰਹੇ, ਨੈਪਰੋਕਸਿਨ ਦੇ ਰਹੇ, ਬਰੂਫਨ ਦੇ ਰਹੇ। ਸ਼ੂਗਰ ਹੈ ਮੈਟਫੋਰਮਿਨ, ਐਕਟੋਸ, ਜਨੀਵੀਆ, ਜੈਨੋਮਿਟ। ਥਾਇਰਡ ਹੈ ਅਤੇ ਲਾਈਸਿਨੋਪ੍ਰਿਲ ਹਾਈਪੋਥਾਇਰੋਡਿਜ਼ਮ ਦੇ ਵਿੱਚ, ਜਾਂ ਸੈਂਥਰਾਇਡ। ਔਰ ਜਿੰਨੇ ਮੈਂ ਨਾਮ ਲਿੱਤੇ, ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਹੈ ਤਾਂ ਬਲੱਡ ਪ੍ਰੈਸ਼ਰ ਲਈ ਲਾਈਸਿਨੋਪ੍ਰਿਲ, ਲੋਸਾਰਟਿਨ, ਐਮਲੋਡਿਪਿਨ, ਐਟੀਨੋਲੋਲ। ਫਿਰ ਸਟੰਟ ਪਾਏ, ਹਾਰਟ ਪ੍ਰੋਬਲਮਸ, ਐਸਪਰਿਨ 81 ਮਿਲੀਗ੍ਰਾਮ, ਕਈਆਂ ਨੂੰ 385 ਮਿਲੀਗ੍ਰਾਮ। ਔਰ ਫਿਰ ਜਿੰਨੇ ਨਾਮ ਮੈਂ ਲੈ ਰਿਹਾ, ਇਸੇ ਤਰ੍ਹਾਂ ਕੋਲੈਸਟਰੋਲ ਦੀ ਐਟਰੋਵਾਸਟਾਟਿਨ, ਸਿਮੇਵਾਸਟਾਟਿਨ, ਲਿਪੀਟੋਰ, ਜ਼ੋਕੋਰ, ਕ੍ਰਿਸਟੋਰ, ਫਾਈਨੋਫਾਈਬਰੇਟ। ਇਹ ਜਿੰਨੇ ਮੈਂ ਦਵਾਈਆਂ ਦੇ ਨਾਮ ਲਿੱਤੇ ਜਿਹੜੇ ਖਾ ਰਹੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਸ਼ੂਗਰ ਦੀ ਵੀ ਖਾ ਰਹੇ, ਬਲੱਡ ਪ੍ਰੈਸ਼ਰ ਦੀ ਵੀ ਖਾ ਰਹੇ, ਕੋਲੈਸਟਰੋਲ ਦੀ ਵੀ ਖਾ ਰਹੇ ਆ। ਸੋ ਵਾਟ ਕਾਈਂਡ ਆਫ ਟਰੀਟਮੈਂਟ ਇਜ਼ ਦੈਟ ਇਫ ਯੂ ਗੋ ਔਨ ਟੇਕਿੰਗ ਕੰਟੀਨਿਊਸਲੀ ਥਰੂ ਆਊਟ ਯੋਰ ਲਾਈਫ ਐਲੋਪੈਥਿਕ ਮੈਡੀਸਨ, modern medicine, increasing the dosage, damaging the liver, damaging the kidney and
लॉस ऑफ विगर एंड वाइटैलिटी, इंपोटेंसी। हर बीमारी शूगर दी, हर दवाई ब्लड प्रैशर दी, हर दवाई कोलेस्ट्रोल दी, मरदाना तक की कमज़ोरी उहदे नाल हुंदी है, क्योंकि मैं क्लीयरली दस रहा हूँ कि ये दवाइयाँ लिंक ते सप्लाई नहीं ब्लड ते जान दिंदियां। दीज मेडिसिन्स डोंट लैट द ब्लड सप्लाई गो टू कार्पोरा कैवर्नस एंड कार्पोरा स्पंजियोसा, दोज आर द पिनाइल टिश्यूज वेयर द ब्लड सप्लाई इज नीडिड। मैनू इस करके कहना पैंदा कि ये असलीयत तुहानूं मैं दस देवां कि अंग्रेज़ी दवाइयां खांदे खांदे मरदाना तक की कमज़ोरी हो जाती है। अज आपां गल करांगे शूगर, डायबिटीज़, मधुमेह। शूगर की बहुत कॉमन बीमारी है। कारण की ने शूगर के, वैसे तो तुहानूं सारिਆਂ ਨੂੰ पता ही है। सब तो वड्डा कारण हुंदा इनहेरिटेंस, फैमिली च होवे तां। दूजा कारण इहदा मोटापा। तीजा कारण ओवर ईटिंग। फिर मिठा ज़्यादा खाना। तुहानूं इन्ने च ही दसांगे भी परहेज़ की करने चाहिए, खाना की चाहिए, इहदे च देसी दवाई खानी चाहिए। दुनिया च जिथे भी तुसीं बैठे हो, कोशिश करो कि आयुर्वैदिक दवाई खाओ जे बीमारी नूं जड़ों ठीक करना। शूगर की गल कर रहे, जिन्नी मर्जी भावें शूगर वधी होवे। मैं वो केस किए जिन्हों के 4-4, 500 शूगर है तो 20-20 साल हो गए दवाइयां खांदे नूं। जिन्ने दवाइयां के मैं नाम लिते, प्लस इंसुलिन भी छुड़ा दी है। पर क्योंकि स्टार्ट च मैं थोड़ा जिहा चानन पादा भी शूगर है की है, किन्नी तरह की है। इहनूं कहंदे दो तरह की, टाइप 1 ते टाइप 2। टाइप 1 जिहड़ी है उहनूं कहंदे IDD, इंसुलिन डिपेंडेंट डिजीज़। आम ये ज़्यादा बच्चों नूं हुंदी है। वो फिर इंसुलिन डिपेंडेंट, क्योंकि उहदे च पैंक्रीअस इंसुलिन नहीं बनाती तो बच्चों फिर सारी उम्र इंसुलिन लाते रहना पैंदा। वो हुंदी टाइप 1। ये बहुत ही कॉमन नहीं, ये ज़्यादा नहीं हुंदी। दूसरी टाइप 2 जिन्होंने आपां कहने डायबिटिस मलाइटस। टाइप 2 दे विच हुंदा की है कि पैंक्रीअस इंसुलिन उन्नी नहीं बना रही। पैंक्रीअस एक ग्लैंड है जिहड़ा इंसुलिन बनांदा। इंसुलिन की करदी है कि तुहाडी जिन्ना सी मिठा मिठास है वो जाके सैल्स दे विच शूगर जा रही हुंदी है, पर वो तुहाडी मदद करदी जिहदे नाल एनर्जी जाती सैल्स दे विच, मसल्स च, प्लाजमा च, ब्लड सप्लाई। जे इंसुलिन की मात्रा घट होवे ते वो सैल्स तक नहीं पहुँच पाती, शूगर कन्वर्ट नहीं हुंदी, जिहदे करके फिर वीकनैस, फटीग, प्यास ज़्यादा लगनी, मूँह सुकना, इदां दे सिम्पटम्स होने लग जाते हैं, क्योंकि सैल्स तक पहुँच नहीं पाती। शूगर जदों पेशाब रस्ते निकल जाते, पेशाब ये लक्षण की है, पॉलीयूरिया, पॉलीडिप्सिया, पॉलीफेजिया। पॉलीयूरिया का मतलब है कि पेशाब बार बार आएगा, घट तो घट दिन च 10 बारी पेशाब आएगा, और वो फिर शूगर पेशाब के रस्ते, जिन्हों कहते ग्लाइकोजूरिया, पेशाब के रस्ते निकलन लग जाती है। ताइयों तुसीं नोट करियो कि शूगर वाले पेशेंट का होर ज़्यादा दिल करदा मिठा खाण नूं। कारण की है कि उन्होंने जो बार बार पेशाब आंदा, वो फिर शूगर पेशाब रस्ते निकल जाती है, उहदे नालों होर कमज़ोरी हुंदी है, फिर उहदी तो लगती है। जिद्दां शराब वाले नूं शराब दी ते लगती है, इस तरह ही फिर जो शूगर बार बार पेशाब रस्ते निकल जाती, ग्लाइकोजूरिया, एसीटोन्यूरिया, कई तरह की होंगी है, पर मैं मोस्टली तुहानूं समझाने की कोशिश कर रहा भी है की है। क्योंकि पैंक्रीअस पूरी इंसुलिन नहीं बनाती, इंसुलिन पूरी शूगर को कन्वर्ट करने में मदद नहीं कर पाती, पूरी सैल्स मसल्स तक ग्रोथ कर नहीं, जिहदे करके फटीग लगती, वीकनेस लगती, प्यास लगती, और पेशाब के रस्ते शूगर निकलन जाती। जिन्नी बारी पेशाब करता पेशेंट, वो शूगर निकल जाती है, और वह दिल करता मिठा ज़्यादा खाण। इस करके कहते शूगर वाले नूं प्यास ज़्यादा लगती, पेशाब ज़्यादा आंदा, भुख ज़्यादा लगता। ताइयों मैं कहा पॉलीयूरिया, पॉलीडिप्सिया, पॉलीफेजिया। फिर भुख ज़्यादा लगनी, बार बार। हुंदा की है कि जे तुसी चाहो तो याद रखना कि शूगर तुसी अपने आप ठीक कर सकते हो। ऑल यू हैव टू चेंज योर डाइट रेजिमेन। अपनी खुराक दे नाल ही तुसी कंट्रोल कर सकते हो। परहेज़ इहदे च की हुंदा, मिठा घट खाओ, और जिन्ने फ्रूट्स है जिदा ग्रेप्स से ज़्यादा शूगर होंदी, ग्रेप्स ना खाओ। हाई कैलोरिक डाइट ना खाओ, अल्कोहल ज़्यादा ना पियो। जिन्ना हाई कैलोरिक डाइट, जिन्ना अल्कोहल ज़्यादा पियोगे, उन्नी शूगर जल्दी कंट्रोल नहीं होगी। और साढ़े हर पंजाबियों नूं याद है कि एक तो बेचारे नूं शूगर होंदी, एक दारू तो बिना रह नहीं सकते। वो कहते जी डॉक्टर साहब फिर रात में जो 2 पैग पीवी तो वह की करिए।
ਸ਼ੂਗਰ ਦੀ ਦਵਾਈ ਖਾ ਰਹੇ, ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ, ਕੋਲੈਸਟਰੋਲ ਦੀ ਦਵਾਈ ਖਾ ਰਹੇ ਆ, ਦਾਰੂ ਪੀ ਰਹੇ ਆ, ਸਾਰੇ ਬੰਨਿਓ ਫਿਰ ਆਪਣੇ ਆਪ ਹੀ ਕੰਮ ਖਰਾਬ ਹੋ ਰਹਿੰਦਾ। ਦਾਰੂ ਨੂੰ ਕੰਟਰੋਲ ਕਰੋ, ਕਿਉਂਕਿ ਦਿਸ ਇਜ਼ ਏ ਹਾਈ ਕੈਲੋਰਿਕ ਡਾਈਟ। ਤਾਂ ਹੀ ਤੁਸੀਂ ਹਰ ਮੇਰੇ ਪ੍ਰੋਗਰਾਮ 'ਚ ਨੋਟ ਕੀਤਾ, ਜੇ ਨਹੀਂ ਰਹਿ ਸਕਦੇ ਤਾਂ ਫਿਰ ਅਸੀਂ ਕਹੀਦਾ ਵੀ ਝੂਟਾ ਜ਼ਰਾ ਨਾ ਲਓ ਜ਼ਿਆਦਾ, ਪੈਗ 2 ਲਾਣੇ ਆ ਅਤੇ ਡਾਈਟ ਨਾਲ ਖਾ ਲਓ। ਡਾਈਟ ਕਿਉਂ ਕਹਿਣਾ ਪੈਂਦਾ ਵੀ ਫਿਸ਼ ਲੈ ਲਓ, ਚਿਕਨ ਲੈ ਲਓ, ਤਾਂ ਕਿ ਸ਼ਰਾਬ ਨੂੰ ਪਚਾਉਣ ਦੇ ਲਈ ਮੀਟ ਚਾਹੀਦਾ। ਨਹੀਂ ਮੀਟ ਦਿਓਗੇ ਤਾਂ ਉਹ ਸ਼ਰਾਬ ਨੇ ਤੁਹਾਡੇ ਅੰਦਰ ਦਾ ਮੀਟ ਜਾ ਕੇ ਖਾਣਾ, ਹੱਡੀਆਂ ਨੂੰ ਚੀਰਨਾ, ਉਹਨੇ ਐਸਿਡਿਟੀ ਕਰਨੀ ਹੈ। ਔਰ ਉਹਦੇ ਨਾਲ ਕਈ ਵਾਰੀ ਪ੍ਰੋਬਲਮ ਇਹ ਆਉਂਦੀ ਕਿ ਜਦੋਂ ਬੰਦਾ ਸ਼ਰਾਬ ਜ਼ਿਆਦਾ ਪੀ ਲੈਂਦਾ, ਜਿਹੜਾ ਝੂਟਾ ਕਹਿੰਦਾ ਉਹ ਕੰਮ ਖਰਾਬ ਕਰਦਾ। ਕਾਰਨ ਕੀ ਆ ਕਿ ਫਿਰ ਇੱਕਦਮ ਕਈ ਵਾਰੀ ਬਲੈਕ ਆਊਟ ਹੋ ਜਾਂਦਾ ਇਨਸਾਨ ਦੇ ਵਿੱਚ, ਬ੍ਰੇਨ ਦੀਆਂ ਨਰਵਸ ਵੀਕ ਹੋਣੀ ਹੈ। ਸ਼ਰਾਬ ਦੇ ਹੈ ਨੁਕਸਾਨ ਹੀ ਜੇ, ਸ਼ਰਾਬ ਇਕੱਲੀ ਨਹੀਂ, ਨਸ਼ਾ ਕੋਈ ਵੀ ਹੋਵੇ, ਹਰ ਤਰ੍ਹਾਂ ਦਾ ਨਸ਼ਾ ਜਿਹੜਾ ਮਾੜਾ, ਔਰ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਇਸੇ ਕਰਕੇ ਹਾਈ ਕੈਲੋਰਿਕ ਡਾਈਟ ਨਾ ਖਾਓ। ਜੇ ਬਲੱਡ ਪ੍ਰੈਸ਼ਰ ਮੈਂ ਕਹਿਣਾ ਤਾਂ ਮੈਂ ਕਹਿਣਾ ਨਮਕ ਅਤੇ ਘਿਓ ਨਾ ਖਾਓ। ਹਾਈ ਕੈਲੋਰਿਕ ਡਾਈਟ ਦੇ ਵਿੱਚ ਤੁਸੀਂ ਇਹ ਹੀ ਹੈ ਵੀ ਦਾਰੂ ਘੱਟ, ਸਮੋਕਿੰਗ ਘੱਟ, ਗ੍ਰੇਪਸ ਘੱਟ, ਫਰੂਟਸ ਖਾ ਸਕਦੇ ਹੋ। ਖਾਣ ਦੇ ਵਿੱਚ ਦੇਖੋ, ਕੈਕਟਸ ਲੈ ਸਕਦੇ ਹੋ, ਕੈਰਟ ਲੈ ਸਕਦੇ ਹੋ, ਐਪਲ ਲੈ ਸਕਦੇ ਹੋ, ਐਸੀ ਕੋਈ ਗੱਲ ਨਹੀਂ, ਫਰੂਟਸ ਦੂਜੇ ਵੀ ਲੈ ਸਕਦੇ ਹੋ, ਜ਼ਿਆਦਾ ਗ੍ਰੇਪਸ ਨਾ ਲਓ। ਔਰ ਅੰਡਰਗਰਾਊਂਡ ਸਟੈਮਸ, ਸਵੀਟ ਪੋਟੈਟੋ, ਸ਼ਕਰਗੰਦੀ ਜਿਹੜੀ ਹੈ, ਅੰਡਰਗਰਾਊਂਡ ਸਟੈਮਸ ਦੇ ਵਿੱਚ ਜਿੱਦਾਂ ਸ਼ਕਰਗੰਦੀ ਆ ਗਈ, ਪੋਟੈਟੋ ਆ ਗਏ, ਕਿਉਂਕਿ ਇਹਨਾਂ 'ਚ ਸਟਾਰਚ ਹੁੰਦਾ, ਇਹਨਾਂ ਦਾ ਪਰਹੇਜ਼ ਰੱਖੋ। ਤੁਸੀਂ ਫਾਈਬਰ ਡਾਈਟ ਜ਼ਿਆਦਾ ਖਾਓ, ਜੌਂ ਦਾ ਆਟਾ ਖਾਓ, ਬਿਟਰ ਮੈਲਨ, ਕਰੇਲਾ ਜ਼ਿਆਦਾ ਲਓ, ਕੈਕਟਸ, ਕੈਰਟਸ, ਬਿਟਰ ਮੈਲਨ, ਮੇਥੀ, ਫੈਨੋਗ੍ਰੀਕ, ਇਹ 'ਤੇ ਜ਼ੋਰ ਲਾ ਦਿਓ। ਮੇਥੀ ਬਹੁਤ ਅੱਛੀ ਚੀਜ਼ ਹੈ। ਔਰ ਦੇਖੋ ਕਈ ਪ੍ਰੋਗਰਾਮਸ ਤੁਹਾਨੂੰ ਮੈਂ ਕਈ ਵਾਰੀ ਦੱਸਿਆ, ਗਿਲੋਏ, ਗੜੂਚੀ, ਅਮਰਤਾ, ਟਾਈਨੋਸਪੋਰਾ ਕੌਰਡੀਫੋਲੀਆ। ਗਲੋਏ ਇੱਕ ਐਸੀ ਚੀਜ਼ ਹੈ ਜਿਹਨੂੰ ਅੰਮ੍ਰਿਤਾ ਕਹਿੰਦੇ ਕਿ ਹਰ ਬਿਮਾਰੀ ਦਾ ਇਲਾਜ ਹੈ। ਗਲੋਏ ਜਿਹੜਾ ਬੰਦਾ ਗਲੋਏ ਸਬਰਸ ਪੀ ਲੈਂਦਾ, ਉਹ ਆਰਥਰਾਈਟਸ ਲਈ ਵੀ ਠੀਕ ਜੇ, ਹਾਰਟ ਲਈ ਵੀ ਠੀਕ ਜੇ, ਸ਼ੂਗਰ ਲਈ ਵੀ ਠੀਕ ਜੇ, ਅਤੇ ਬਲੱਡ ਪ੍ਰੈਸ਼ਰ ਲਈ ਵੀ ਠੀਕ ਹੈ। ਲੋਕਾਂ ਨੇ ਘਰ ਵੀ ਇਸੇ ਤਰ੍ਹਾਂ ਕੁਆਰ ਗੰਦਰ ਜਿਹਨੂੰ ਆਪਾਂ ਕਹਿੰਦੇ ਐਲੋਵੇਰਾ, ਐਲੋਵੇਰਾ ਜੂਸ, ਗਾਰਲਿਕ ਵੀ ਲੈ ਸਕਦੇ ਹੋ, ਤ੍ਰਿਫਲਾ ਜੂਸ, ਗਾਰਲਿਕ ਜੂਸ, ਜਾਮਨ, ਮੇਥੀ, ਕਰੇਲਾ, ਗੁਰਮਾਰ, ਬਹੁਤ ਨਾਮ ਦੱਸ ਸਕਦਾ। ਔਰ ਜਿਹੜਾ ਸਾਡਾ ਸ਼ੂਗਰ ਦਾ ਫਾਰਮੂਲਾ ਦੇਖੋ, ਜਿਹੜੇ ਓਵਰਸੀਜ਼ ਨੇ, ਅਮਰੀਕਾ ਤੋਂ ਬਾਅਦ ਮੈਂ ਪਾਊਡਰ ਫਾਰਮੂਲਾ ਨਹੀਂ ਭੇਜਦਾ, ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਕਸਟਮ ਵਾਲੇ ਹੁੰਦੇ, ਇਹਨਾਂ ਨੂੰ ਪਤਾ ਨਹੀਂ, ਇਹ ਕਈ ਵਾਰੀ ਐਵੇਂ ਸ਼ੱਕ ਕਰਨਗੇ ਜੀ ਕੋਈ ਨਸ਼ੇ ਦੀ ਚੀਜ਼ ਤਾਂ ਨਹੀਂ, ਕੋਈ ਪਾਊਡਰ ਜਿਹੜਾ ਕੋਈ ਫੀਮ ਤਾਂ ਨਹੀਂ। ਅਸੀਂ ਓਵਰਸੀਜ਼ ਕੈਨੇਡਾ, ਇੰਗਲੈਂਡ, ਇਟਲੀ, ਦੂਸਰੇ ਮੁਲਕਾਂ ਦੇ ਵਿੱਚ ਪਾਊਡਰ ਵਾਲੀ ਚੀਜ਼ ਨਹੀਂ ਭੇਜਦੇ। ਉਹਨਾਂ ਨੂੰ ਇਹ ਸੌਖਾ, ਇਟ ਇਜ਼ ਇਨ ਦ ਕੈਪਸੂਲ ਐਂਡ ਦੀ ਟੈਬਲੇਟ ਫੋਮ। ਜਿੱਦਾਂ ਤੁਸੀਂ ਐਲੋਪੈਥੀ ਦਵਾਈ ਖਾਂਦੇ ਹੋ, ਜਿੱਦਾਂ ਮੈਟਫੋਰਮਿਨ ਖਾਂਦੇ ਹੋ, ਜੈਨੋਮਿਟ ਖਾਂਦੇ ਹੋ, ਜਨੂਵੀਆ ਖਾਂਦੇ ਹੋ, ਜਿੰਨੀਆਂ ਵੀ ਸ਼ੂਗਰ ਦੀਆਂ ਦਵਾਈਆਂ ਅੰਗਰੇਜ਼ੀਆਂ ਖਾਂਦੇ, ਅੰਗਰੇਜ਼ੀ ਦਵਾਈ ਦੀ ਇਹ ਹੀ ਗੱਲ ਹੈ ਕਿ ਗੋਲੀ ਛੋਟੀ, ਕੰਟਰੋਲ ਲੱਗਦਾ ਜਲਦੀ। ਕੰਟਰੋਲ ਮੀਨਸ ਕਿ ਐਲੋਪੈਥਿਕ ਦੀ ਕੋਈ ਦਵਾਈ ਹੈ ਕੰਟਰੋਲ ਕਰਦੀ ਹੈ ਬਿਮਾਰੀ ਨੂੰ, ਜੜੋਂ ਨਹੀਂ ਖਤਮ ਕਰਦੀ। ਕੰਟਰੋਲ ਕਰਦੇ ਕਰਦੇ ਉਹ ਡੋਜ਼ ਵੱਧ ਜਾਂਦੀ ਹੈ, ਅਸਰ ਘਟ ਜਾਂਦਾ, ਦਵਾਈ ਹੋਰ ਵੱਧ ਜਾਂਦੀ ਹੈ। ਦੇਸੀ ਦਵਾਈ ਦਾ ਅਸਰ ਭਾਵੇਂ ਹੌਲੀ ਹੌਲੀ ਹੋਵੇ, ਲੇਕਿਨ ਇਹਦੇ 'ਚ you can control your diabetes just by your exercise, just by your dietary regimen। ਜਿਹੜਾ ਮੈਂ ਦੁਬਾਰਾ ਕਿਹਾ ਕਿ ਆਪਣੀ ਡਾਈਟ ਚੇਂਜ ਕਰਕੇ ਦੇਖ ਲਓ। ਡਾਈਟ ਦਾ ਮਤਲਬ ਹੈ ਮੇਥੀ ਤਾਂ ਕਰੇਲੇ ਤਾਂ ਰੋਜ਼ ਖਾਓ ਹੀ ਖਾਓ। ਐਕਸਰਸਾਈਜ਼ ਇਜ਼ ਦ ਸੈਕਿੰਡ ਡੋਜ਼ ਆਫ ਇਨਸੂਲਿਨ। ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰੋ, ਬ੍ਰਿਸਕ ਵਾਕ ਜ਼ਰੂਰ ਕਰੋ, ਪਸੀਨਾ ਉਹਦੇ 'ਚ ਆਵੇ ਤਾਂ ਐਕਸਰਸਾਈਜ਼ ਮੰਨੀ ਜਾਂਦੀ ਹੈ। ਕਿੰਨੀ ਦੁਨੀਆ ਨੂੰ ਤੁਸੀਂ ਜੇ ਮੋਟਾਪਾ ਘਟਾ ਲਓ, ਮੋਟਾਪਾ ਦਾ ਇਹ ਜੇ ਕਿ ਜਿੰਨਾ ਵੇਟ ਘਟਾ ਲੋਗੇ, ਅੱਧਾ ਤੇ ਆਰਥਰਾਈਟਸ ਤੇ ਸ਼ੂਗਰ ਵੈਸੇ ਹੀ ਠੀਕ ਹੋ ਜਾਣੀ। 5 ਕਿਲੋ ਵੇਟ ਘਟੇ ਤੇ ਤੁਸੀਂ ਸਮਝੋ ਉਹਦੇ 'ਚ 50% ਆਰਥਰਾਈਟਸ ਠੀਕ ਹੋ ਜਾਂਦੀ। 5 ਕਿਲੋ ਵੇਟ ਘਟਣਾ, 50% ਆਰਥਰਾਈਟਸ ਮਤਲਬ ਜੋੜਾਂ ਦੀਆਂ ਦਰਦਾਂ, ਜਿਨ੍ਹਾਂ ਨੂੰ ਕਈਆਂ ਨੂੰ ਨੀ ਰਿਪਲੇਸਮੈਂਟ ਨਹੀਂ ਕਰਾਉਣੀ ਪੈਂਦੀ, ਜਿਹਦੇ 'ਚ ਗਲੋਏ ਦਾ ਸਬਰਸ ਵੀ ਅੱਛਾ ਹੈ। ਇਸੇ ਤਰ੍ਹਾਂ ਹੀ ਜੇ 5 ਕਿਲੋ ਤੁਸੀਂ ਵੇਟ ਘਟਾਉਂਦੇ, ਸ਼ੂਗਰ ਘਟ ਜਾਂਦੀ ਹੈ। ਸ਼ੂਗਰ ਘਟਾਉਣ ਦੇ ਲਈ ਐਕਸਰਸਾਈਜ਼ ਤੁਸੀਂ ਕਰੋ, ਡਾਈਟ ਕੰਟਰੋਲ ਤੁਸੀਂ ਕਰੋ, ਹਾਈ ਕੈਲੋਰਿਕ ਡਾਈਟ ਨਾ ਖਾਓ, ਮੇਥੀ ਜ਼ਿਆਦਾ ਖਾਓ, ਕਰੇਲੇ ਜ਼ਿਆਦਾ ਖਾਓ, ਜੌਂ ਦਾ ਆਟਾ, ਬਾਜਰੇ ਦਾ ਆਟਾ, ਵੇਸਣ ਦਾ ਆਟਾ ਲਓ। ਜੇ ਤੁਸੀਂ ਇੱਕਦਮ ਵੇਸਣ ਦਾ ਆਟਾ ਇਕੱਲਾ ਨਹੀਂ ਖਾ ਸਕਦੇ ਤਾਂ ਹਾਫ ਐਂਡ ਹਾਫ ਕਰ ਲਓ। ਜੇ ਸ਼ੂਗਰ ਵਧਣੀ ਹੈ, ਕਣਕ ਦੇ ਆਟੇ ਨਾਲ ਵਧਣੀ ਅਤੇ ਮਿੱਠੇ ਨਾਲ ਵਧਣੀ ਹੈ। ਚਾਹ ਜੇ ਪੀਣੀ ਫਿੱਕੀ, ਜਿਹਨੂੰ ਸ਼ੂਗਰ ਹੈ ਚਾਹ ਸਾਰੀ ਉਮਰ ਲਈ ਫਿੱਕੀ, ਨਹੀਂ ਤਾਂ ਗ੍ਰੀਨ ਟੀ ਪੀ ਲਓ। ਇਸੇ ਤਰ੍ਹਾਂ ਹੀ ਸਾਡੇ ਕੋਲ ਸ਼ੂਗਰ ਦੀ ਚਾਹ ਵੀ ਹੁੰਦੀ, ਸ਼ੂਗਰ ਲਈ ਵੱਖਰੀ ਚਾਹ, ਬਲੱਡ ਪ੍ਰੈਸ਼ਰ ਲਈ ਵੱਖਰੀ ਚਾਹ। ਇਹੀ ਕਾਰਨ ਬਲੱਡ ਪ੍ਰੈਸ਼ਰ ਦਾ। ਬਲੱਡ ਪ੍ਰੈਸ਼ਰ ਦੇ ਵਿੱਚ ਵੀ ਅਸੀਂ ਦੇਸੀ ਦਵਾਈ ਨਾਲ
परमानेंट ब्लड प्रेशर ठीक किया, कोई लोड़ नहीं सारी उम्र लाइसिनोप्रिलोसार्टेन खा दी। थायराइड की दवाई सारी उम्र सिंथराइड थायरोक्सिन लगातार सारी उम्र नहीं खाने की लोड़। और मैं अजकल हज़ारां केस देखे आ ਜਿਹੜੇ थायराइड की दवाई खा रहे हैं उन्होंने की साइड इफेक्ट ने। मैं देखा थायराइड की दवाई खा रहे, मेरे को पेशेंट आए लेडीज़ मैं पछाणिया नहीं, साल 2 साल कहते थायराइड की दवाई खानी जो शुरू की है, जद कि हाइपोथायराइडिज्म के विच वेट वधदा ते थायराइड की दवाई देंदे और थायराइड की दवाई खाते खाते उन्होंने भार वध गया, वेट वध गया, मूँह ते सोजिश पै गई, अखां कंबन लग गई। मैं मेरे को 3-4 दिन होए लेडी आई, मैं हैरान हो गया, रैगूलर ने पड़ोस च ने साडे ते कहते और बेचारे मैनू कई बार तां नहीं मिलते कि सवेरे जल्दी जॉब पर चल जाते, राती लेट आते तो मेरा क्लीनिक बंद होंदा। तो संडे किते आए, मैं क्या भी तुसी तो पछाणे नहीं जा रहे, अखां झपकी जा रहे। और तुसी मेरे पिछले थायराइड के शो च देखिया सी और मैं तुहानूं इदां करके दिखाया सीगा, वो ट्रैंबलिंग जिहड़ा मैं कहा सी, मैं कहा सी हाइपरथायराइडिज्म दे हाइपरथायराइडिज्म मैं तुहानूं कहा सी ट्रैंबलिंग हुंदी, जद कि दैट केस इज ऑफ हाइपोथायराइडिज्म एंड आई सी द ट्रैंबलिंग आईज बिकॉज ऑफ द साइड इफेक्ट ऑफ द मेडिसिन। थायराइड की दवाई खाते उन्होंने हत्थ कंब रहे और जद के हाइपर दे विच हत्थ कंबदे, हाइपो च नहीं। मैं हैरान हो गया कि पता नहीं वो मिसडायगनोज है, सारी दुनिया नूं थायराइड की दवाइयां खा रहे, वेट खाते खाते वध गए, मूँह ते सोजा पै गई, अखां कंब रही, हत्थ कंब रहे। और कोई बंदा मैं नहीं देखा भी थायराइड की दवाई खादा कोई ठीक होया होवे। ये रिसर्च जरूर हैगी है, ठीक है असीं ब्लड टेस्ट करते हैं लैवल घट वध, पर आयुर्वैदिक दवाई देसी ना असीं थायराइड के केस किए, डजंट मैटर वी आर टॉकिंग अबाउट हाइपोथायराइडिज्म आर हाइपोथायराइडिज्म, हार्ट प्रॉब्लम होवे, थायराइड प्रॉब्लम होवे। पर मैं तां हैरान हो गया कि मैं हजे उन्होंने मैं मैंशन नहीं किया, मैं क्या बुरा ना लगे, अखां कंबी जा रही हैं, गल करी जा रही इदां अखां चपकी जा रहे। आई एम सरप्राइज्ड। फिर मैंने दस्सिया कि डॉक्टर साहब मैं ना साल तो थायराइड की दवाई खा रही है और तुसीं नोट किया सवेरे उठदे तुहानूं खानी पैंदी, सारी उम्र खानी। की फायदा भी थायराइड की दवाई भी खा रहे हैं, मैमरी ने भी फर्क पै, याददाश्त घट गई, वेट वध गया, थायराइड प्रॉब्लम उत्थे दी उत्थे ही। सो प्यारे दर्शकों, थायराइड प्रॉब्लम हो, ब्लड प्रेशर, शुगर की, कोलेस्ट्रोल की, मोटापे की कोई प्रॉब्लम हो, मेरे नंबर स्क्रीन पर लगातार आ रहे हैं। ये अजकल मैनू फिर प्रॉब्लम कई कह देंगे भी नंबर नहीं मिलता, तुसीं कोशिश करिया करो, मेरे नंबर यही ने, भावें जिहड़ा ऑफिस का नंबर पहला फ्लैश हो रहा वो करके देख लो, तां भी मेरे सैल फोन पर कन्वर्ट हो जानी कॉल आटोमैटिकली। नहीं तो जे ना मिले WhatsApp पर कर लिया करो, मेरे नंबर यही है। हाँ, WhatsApp पर करोगे तो सैल नंबर वाला करना, 7182165137, दैट इज़ माई सैल नंबर। All over the world, if you are want to talk to me, you can use a WhatsApp. Otherwise रेगूलर तो तुसीं मैसेज करते हो। देखो फोन ते ही अजकल लोगों की कितना सौखा, फोन ते सारा काम है, फोन ते पेमेंट आ जाती है और वो जी इन्फॉर्मेशन भेजनी वो सैल फोन ते भेजनी। हाँ, मैसेजेस कई बार नहीं भी मिलते, पर यू कैन यूज़ ईमेल, यू कैन, मेरी ईमेल देखो लगातार आ रही। और मैं फिर रिपीट करदा कि मैनू पुछया ना करो, तुहाडे सामने नंबर आ रहे स्क्रीन ते, उत्थों पता लग जाता कि असीं अमेरिका च, रिचमंड हिल अमेरिका च। भावें तुसीं दवाई इटली मंगा लो, जापान मंगा लो, कैलीफोर्निया मंगा लो, कैनेडा मंगाओ, इंग्लैंड मंगाओ, माई नंबर्स आर फ्लैशिंग कंटिन्यूसली ऑन द स्क्रीन। माई ऑफिस नंबर इज 7188495859 and cell number is 7182165137 and email is there, address is there, तुसी नोट करो, नाल फ्लैश करे 120 एवेन्यू, रिचमंड हिल, न्यूयॉर्क। मैनू ये कहन दी तां लोड़ पई कि लॉट ऑफ पेशेंट्स व्हेन दे कॉल मी दे स्टिल आस्किंग मी डॉक्टर साहब कित्थे हो। मैं क्या जो शो देखते हो यूट्यूब ते जां फेसबुक ते जां टीवी ते, नाल सामने स्क्रीन ते वाच करया करो हो की रहा, नाले गल नूं सुनिया करो, वो 20-22 मिनट ध्यान नाल पहलां सुनिया करो, तुहाडी हर गल दा जवाब उहदे विच हुंदा। भावें मैं ब्लड प्रेशर की गल करा, भावें कोलेस्ट्रोल की करा, भावें मोटापे की करा, वाल चढ़दे होण शर्ती वाला, किल, छाइयां, मुहासे, पिंपल्स, दवाई खानी पैंदी है, वो तुसीं अपने लिए खानी है। कोई दुनिया 'च ऐसी दवाई नहीं कि जे तुसीं जिन्नी मर्जी पुरानी होवे ते 2-4 हफ्ते ठीक हो जाए, डिपेंड करता है कि किन्नी देर तो। शुगर की दवाई 6 महीने खानी पै सकती है, वो भी जे शुगर ज़्यादा है जां पुरानी है जां फैमिली है। वही चीज़ जिहड़ी तुसीं कंट्रोल कर सकते हो अपने आप, उन्नी दवाई तुहानूं अद्धे टाइम लई खानी पै सकती है। जे शुगर का पता ही लग्या, साइन सिम्पटम शुरू होए है, तुहाडा डायगनोज हो गया, इस तो पहलां कि दवाई शुरू होवे 6 महीने खानी पवे, हो सकता तुहानूं देसी दवाई महीने ठीक कर दे। ਜਿਹੜੇ ਬੰਦੇ टाइम ना अप्रोच कर लेंदे ने, ਜਦੋਂ ਉਹਨਾਂ ਨੂੰ पता लगता, और नोट करो एक बारी शुगर हो गई, ब्लड प्रेशर भी होना, कोलेस्ट्रोल भी होना और इंपोर्टेंसी भी होनी, मर्दाना ताकत की कमज़ोरी भी आनी है।
ਸੋ ਸਾਡੀ ਦੇਸੀ ਦਵਾਈ ਜੇ ਅਸੀਂ ਸ਼ੂਗਰ, ਤਾਈਓ ਕਈ ਪੇਸ਼ੈਂਟ ਜਦੋਂ ਮੈਨੂੰ ਕਾਲ ਕਰਦੇ ਡਾਕਟਰ ਸਾਹਿਬ ਸ਼ੂਗਰ ਦੀ ਵੀ, ਬਲੱਡ ਪ੍ਰੈਸ਼ਰ ਦੀ ਵੀ, ਕੋਲੈਸਟਰੋਲ ਦੀ ਵੀ ਔਰ ਨਾਮਰਦਾਨਗੀ ਦੀ ਵੀ, ਤੇ ਫਿਰ ਮੈਂ ਕਹਿੰਦਾ ਲੈਟ ਮੀ ਟਰੀਟ ਵਨ ਐਟ ਏ ਟਾਈਮ, ਕਿਉਂਕਿ ਇੱਕ ਚੀਜ਼ ਨੂੰ ਠੀਕ ਕਰਨ ਲਈ ਅਸੀਂ 4 ਚੀਜ਼ਾਂ ਦੇਣੀਆਂ ਹੁੰਦੀਆਂ। ਔਰ ਫਿਰ ਇਹ ਨਹੀਂ ਕਿ ਜੇ ਸ਼ੂਗਰ ਕਹਿਤਾ ਤਾਂ ਸ਼ੂਗਰ ਦੀ ਗੋਲੀ ਛੋਟੀ ਜਿਹੀ ਲਾਤੀ, ਬਲੱਡ ਪ੍ਰੈਸ਼ਰ ਕਰਤਾ ਤਾਂ ਉਹਦੀ ਲਾਤੀ, ਫਿਰ ਸਾਰੀ ਉਮਰ ਖਾਣੀ ਪੈਣੀ। ਔਰ ਅੰਗਰੇਜ਼ੀ ਦਵਾਈ ਜਿਹੜੀ ਮਰਜ਼ੀ ਖਾਓਗੇ ਉਹਦੇ ਨਾਲ ਮਰਦਾਨਾ ਤਾਕਤ ਦੀ ਕਮਜ਼ੋਰੀ ਆਏਗੀ। ਭਾਵੇਂ ਅਸੀਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਦਈਏ, ਮਰਦਾਨਾ ਤਾਕਤ ਵੱਲ ਫਾਇਦਾ ਹੋ ਰਿਹਾ, ਸ਼ੂਗਰ ਦੀ ਦਵਾਈ ਦਈਏ, ਦੇਸੀ, ਮਰਦਾਨਾ ਤਾਕਤ ਵੱਲ ਫਾਇਦਾ ਹੋ ਰਿਹਾ। ਉਹਦਾ ਕਾਰਨ ਕੀ ਕਿ ਉਹ ਜਿਹੜੇ ਬਲੈਂਡ ਫਾਰਮੂਲੇ ਹੁੰਦੇ ਨੇ, ਔਰ ਬੜਾ ਸੌਖਾ ਕੈਪਸੂਲ ਟੈਬਲੇਟ ਫਾਰਮ 'ਚ, ਡੋਜ਼ ਲਿਖੀ ਹੁੰਦੀ ਹੈ, 2-4 ਪੈਕਟ ਹੁੰਦੇ ਆ, ਡਿਪੈਂਡ ਕਰਦਾ ਮੈਂ ਕਿੰਨੀ ਦੇਰ ਦੀ ਦਵਾਈ ਭੇਜਦਾ। ਔਰ ਫਿਰ ਤੁਹਾਡੇ ਨਾਲ ਮੇਰੀ ਪੰਜਾਬੀ 'ਚ ਗੱਲ ਹੁੰਦੀ ਹੈ। ਆਮ ਰਿਪੀਟਿੰਗ, ਯੂ ਕੈਨ ਟਾਕ ਟੂ ਮੀ ਇਨ ਇੰਗਲਿਸ਼, ਹਿੰਦੀ, ਪੰਜਾਬੀ, ਸਪੈਨਿਸ਼, ਵਿਚ ਐਵਰ ਲੈਂਗੁਏਜ ਯੂ ਵਾਂਟ, ਐਂਡ ਯੂ ਆਰ ਡਾਇਰੈਕਟਲੀ ਟਾਕਿੰਗ ਟੂ ਮੀ। ਤੁਹਾਡੀ ਕਾਲ ਮੇਰੇ ਨਾਲ ਮਿਲਦੀ ਆ। ਕਿਉਂ? ਮੈਨੂੰ ਆਪ ਫੋਨ ਅਟੈਂਡ ਕਰਨਾ ਪੈਂਦਾ ਕਿ ਹਰ ਬੰਦੇ ਦੀ ਪ੍ਰਾਈਵੇਸੀ ਹੁੰਦੀ ਹੈ, ਹਰ ਬੰਦਾ ਮੇਰੇ ਨਾਲ ਆਪ ਗੱਲ ਕਰਨਾ ਪੈਂਦਾ। ਇਸੇ ਕਰਕੇ ਕਦੀ ਸਟਾਫ ਨੂੰ ਨਹੀਂ ਕਿਹਾ। ਫਿਰ ਤੁਸੀਂ ਆਪਣਾ ਕਾਰਡ ਦੀ ਪੇਮੈਂਟ ਕਰਦੇ ਹੋ ਸਾਰੇ, ਉਹ ਵੀ ਤੁਹਾਡੀ ਸੀਕ੍ਰੇਟਸ ਮੇਰੇ ਕੋਲ ਹੀ ਹੈ। ਔਰ ਤੁਹਾਨੂੰ ਘਰ ਬੈਠੇ ਦਵਾਈ ਮਿਲਦੀ ਹੈ ਔਰ ਬੜੀ ਫਾਸਟ ਸਰਵਿਸ। ਹਫ਼ਤਾ ਵੱਧ ਤੋਂ ਵੱਧ ਲੈ ਕੇ ਚੱਲੋ ਦੂਸਰੇ ਮੁਲਕਾਂ 'ਚ ਨੈਚੁਰਲੀ। ਇਸ ਕਰਕੇ ਕਿਉਂਕਿ ਕਈ ਵਾਰੀ ਤੁਹਾਨੂੰ ਕਸਟਮ ਵਾਲਿਆਂ ਨੇ ਦਵਾਈ ਨਾ ਪਹੁੰਚਾਉਣੀ ਹੋਵੇ ਤਾਂ ਅਸੀਂ ਉਹਦਾ ਵੀ ਤੁਹਾਨੂੰ ਤਰੀਕਾ ਦੱਸਣਾ। ਸੋ ਆਈ ਟਰਾਈ ਟੂ ਹੈਲਪ ਐਵਰੀਵਨ। ਸੋ ਪਿਆਰੇ ਦਰਸ਼ਕੋ, ਜੇ ਸ਼ੂਗਰ ਹੈ ਭਾਵੇਂ ਲੋ ਹੈ ਜਾਂ ਹਾਈ ਹੈ, ਹਾਈਪੋਗਲਾਈਸੀਮੀਆ ਜਾਂ ਹਾਈਪਰਗਲਾਈਸੀਮੀਆ, ਹਾਈਪੋਟੈਂਸ਼ਨ ਹੈ ਜਾਂ ਹਾਈਪਰਟੈਂਸ਼ਨ ਹੈ, ਹਾਈਪੋਥਾਇਰੋਇਡਿਜ਼ਮ ਹੈ ਜਾਂ ਹਾਈਪਰਥਾਇਰੋਇਡਿਜ਼ਮ ਹੈ, ਹਰ ਬਿਮਾਰੀ ਦਾ ਇਲਾਜ ਦੇਸੀ ਆਯੁਰਵੈਦਿਕ। ਤਾਈਓ ਮੈਂ ਕਈ ਨੁਸਖੇ ਦੱਸ ਰਿਹਾ ਵੀ ਕੌਂਚ ਬੀਜ ਖਾਓ, ਅਮਰਤਾ ਲਾਓ, ਗਲੋਏ ਲਓ। ਗਲੋਏ ਇੱਕ ਐਸੀ ਚੀਜ਼ ਹੈ ਹਰ ਬੰਨੇ ਤੁਹਾਡੀ ਫਾਇਦਾ ਕਰੇਗੀ। ਤ੍ਰਿਫਲਾ, ਇਸਬਗੋਲ ਦਾ ਛਿਲਕਾ, ਇਹ ਚੀਜ਼ਾਂ ਵੈਸੇ ਤੁਸੀਂ ਘਰ ਬੈਠੇ ਖਾ ਸਕਦੇ ਹੋ। ਫਾਈਬਰ ਡਾਈਟ ਜ਼ਿਆਦਾ ਖਾਓ। ਫਾਈਬਰ ਡਾਈਟ ਦਾ ਮਤਲਬ ਹੈ ਕਿ ਉਹ ਤੁਹਾਨੂੰ ਸ਼ੂਗਰ ਵੱਲ ਵੀ, ਅਤੇ ਐਕਸਰਸਾਈਜ਼ ਜ਼ਿਆਦਾ ਕਰੋ। ਹਾਈ ਕਲੋਰਿਕ ਡਾਈਟ ਨਾ ਖਾਓ। ਬਾਜਰੇ ਦਾ ਆਟਾ, ਜੌਂ ਦਾ ਆਟਾ ਖਾਓ। ਹਾਂ, ਪੀਲੀ ਦਾਲ ਜ਼ਰੂਰ ਲਿਆ ਕਰੋ। ਜਿਨ੍ਹਾਂ ਨੂੰ ਸ਼ੂਗਰ ਹੈ, ਮੂੰਗ ਦੀ ਦਾਲ, ਪੀਲੀ, ਯੈਲੋ, ਲੈਂਟਲ। ਔਰ ਇੱਦਾਂ ਦੇਸੀ ਨੁਸਖੇ ਬਹੁਤ ਮਦਦ ਕਰਦੇ ਆ। ਅੱਧੇ ਨੁਸਖੇ ਤੁਹਾਡੇ ਆਪਣੀ ਰਸੋਈ 'ਚ ਹੀ ਆ। ਤੁਹਾਡੇ ਕੋਲ ਦੇਖੋ ਰਸੋਈ 'ਚ ਹਲਦੀ ਪਈ ਹੈ, ਰਸੋਈ 'ਚ ਸਿਨਾਮਨ ਪਈ ਹੈ, ਜਿਹਨੂੰ ਦਾਲਚੀਨੀ ਕਹਿੰਦੇ ਆ। ਦਾਲਚੀਨੀ, ਗੁਰਮਰ, ਮੇਥੀ, ਕਰੇਲਾ, ਹਲਦੀ, ਕੈਕਟਸ, ਲੱਖਾਂ ਨਾਂ ਦੱਸ ਸਕਦਾ ਜਿਹੜੀ ਤੁਸੀਂ ਸ਼ੂਗਰ ਆਪ ਕੰਟਰੋਲ ਕਰ ਸਕਦੇ ਹੋ, ਆਪ ਬਣਾ ਸਕਦੇ ਹੋ। ਗਲੋਏ ਹੈ, ਇਹ ਐਲੋਵੇਰਾ ਜੂਸ, ਕੈਕਟਸ, ਕੈਰਟਸ, ਐਪਲ ਖਾ ਸਕਦੇ ਹੋ। ਫਰੂਟ ਜ਼ਿਆਦਾ ਜਿਹਦੇ 'ਚ ਮਿੱਠਾ, ਹਾਲਾਂਕਿ ਸੰਤਰੇ 'ਚ ਵੀ ਮਿੱਠਾ ਹੁੰਦਾ, ਪਰ ਐਸੀ ਕੋਈ ਗੱਲ ਨਹੀਂ। ਜਦੋਂ ਦੇਖਿਆ ਜੇ ਫਰੂਟ ਇੱਦਾਂ ਖਾ ਲਿਆ, ਓਨਾ ਹੀ ਬੰਦਾ ਐਕਸਰਸਾਈਜ਼ ਕਰ ਲਿਆ। ਹਾਂ, ਐਕਸਰਸਾਈਜ਼ 'ਤੇ ਜ਼ੋਰ ਤੁਹਾਡਾ, ਡਾਈਟ 'ਤੇ ਕੰਟਰੋਲ ਤੁਹਾਡਾ। ਦਵਾਈ ਸਾਡੀ ਸ਼ੂਗਰ ਨੂੰ ਕੰਟਰੋਲ ਤੁਹਾਨੂੰ ਕਰਕੇ ਦਿਖਾਈਏ। ਇਨਸੂਲਿਨ ਤੋਂ ਕਿੱਦਾਂ ਛੁਟਕਾਰਾ ਪਾਉਣਾ, ਸ਼ਰਤੀਆ ਇਨਸੂਲਿਨ ਬਚਣਾ ਹੈ, ਸਦਾ ਵਾਸਤੇ ਸ਼ੂਗਰ ਤੋਂ ਬਚਣਾ ਹੈ। ਬਲੱਡ ਪ੍ਰੈਸ਼ਰ ਠੀਕ ਹੈ, ਅਸੀਂ ਕਹਿੰਦੇ 80 to 120 ਰਵੇ, 120/80 ਰਵੇ ਨੋਰਮਲ ਹੈ। ਅੱਜ ਦਾ ਟੌਪਿਕ ਆਪਾਂ ਸ਼ੂਗਰ ਹੀ ਰੱਖਿਆ, ਅਗਲੀ ਵਾਰੀ ਬਲੱਡ ਪ੍ਰੈਸ਼ਰ 'ਤੇ ਕਰ ਲਾਂਗੇ। ਸੋ ਪਿਆਰੇ ਦਰਸ਼ਕੋ, ਜੇ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟਰੋਲ 'ਤੇ ਬਚਣਾ, ਜਾਂ ਮਰਦਾਨਾ ਤਾਕਤ ਦੁਬਾਰਾ ਵਾਪਸ ਲਿਆਉਣੀ ਹੈ, ਜਾਂ ਬੁੱਢਿਆਂ ਨੇ ਜਵਾਨ ਹੋਣਾ ਹੈ, ਤਾਂ ਫਿਰ ਡਾਕਟਰ ਕੁਮਾਰ ਇਸ ਵਨ ਫੋਨ ਕਰ ਲਵੇ। ਮੇਰੇ ਨੰਬਰ ਸਕਰੀਨ 'ਤੇ ਆ ਰਹੇ। ਮੇਰੇ ਖਿਆਲ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ। ਤੁਹਾਡੇ ਸਾਰੇ ਦੇਖਣ ਵਾਲੇ ਅਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ। ਤੁਹਾਡਾ ਆਪਣਾ ਡਾਕਟਰ ਕੁਮਾਰ। ਥੈਂਕ ਯੂ।